ਅੱਜ ਆਓ ਅਸੀਂ ਵਚਨ ਅਤੇ ਪ੍ਰਚਾਰ ਸਿਰਲੇਖ ਨਾਲ ਪਰਮੇਸ਼ਵਰ ਦਾ ਵਚਨ ਸਾਂਝਾ ਕਰੀਏ। ਆਓ ਅਸੀਂ ਇਸ ਉੱਤੇ ਵਿਚਾਰ ਕਰਨ ਦਾ ਕੁਝ ਸਮਾਂ ਲਈਏ ਕਿ ਜਦੋਂ ਅਸੀਂ ਖੁਸ਼ਖਬਰੀ ਦਾ ਕੰਮ ਕਰ ਰਹੇ ਹਾਂ ਤਦ ਪਰਮੇਸ਼ਵਰ ਦੁਆਰਾ ਸਾਨੂੰ ਦਿੱਤੇ ਗਏ ਵਚਨ ਕਿੰਨੇ ਜ਼ਰੂਰੀ ਹਨ। ਸ਼ਬਦ ਹਮੇਸ਼ਾ ਬਹੁਤ ਜ਼ਰੂਰੀ ਹੁੰਦੇ ਹਨ। ਅਸੀਂ ਆਪਣੇ ਬਾਰੇ ਦੱਸਣ ਲਈ ਕਈ ਤਰ੍ਹਾਂ ਦੇ ਸ਼ਬਦਾਂ ਦਾ ਉਪਯੋਗ ਕਰਦੇ ਹਾਂ। ਬੁੜਬੜਾਉਣ ਦੇ ਸ਼ਬਦ ਹਨ, ਅਸੰਤੁਸ਼ਟੀ ਵਾਲੇ ਸ਼ਬਦ ਹਨ, ਸ਼ਿਕਾਇਤ ਦੇ ਸ਼ਬਦ ਹਨ, ਧੰਨਵਾਦ ਦੇ ਸ਼ਬਦ ਹਨ ਅਤੇ ਆਨੰਦ ਦੇ ਸ਼ਬਦ ਹਨ। ਆਤਮਿਕ ਰੂਪ ਨਾਲ ਅਸੀਂ ਜਿਸ ਧਰਤੀ ਉੱਤੇ ਰਹਿੰਦੇ ਹਾਂ ਉਸ ਦੀ ਤੁਲਨਾ ਸ਼ਰਨ ਨਗਰ ਨਾਲ ਕੀਤੀ ਜਾਂਦੀ ਹੈ। ਦੂਸਰੇ ਸ਼ਬਦਾਂ ਵਿੱਚ ਸਾਨੂੰ ਸਾਡੀਆਂ ਆਤਮਾਵਾਂ ਦੀ ਜੇਲ੍ਹ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਗੱਲ ਕਰਕੇ ਕਿ ਜੇਲ੍ਹ ਵਿੱਚ ਇੱਕ ਵਿਅਕਤੀ ਨੂੰ ਖੁਸ਼ੀ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਦੁੱਖ ਅਤੇ ਦਰਦ ਦਾ ਅਨੁਭਵ ਹੁੰਦਾ ਹੈ। ਫਿਰ ਜੇਲ੍ਹ ਵਿੱਚ ਬੰਦ ਲੋਕਾਂ ਲਈ ਖੁਸ਼ੀ ਅਤੇ ਸ਼ੁਕਰਾਨੇ ਦੇ ਸ਼ਬਦਾਂ ਦੀ ਬਜਾਏ ਲਗਾਤਾਰ ਅਸੰਤੁਸ਼ਟੀ ਅਤੇ ਸ਼ਿਕਾਇਤ ਦੇ ਸ਼ਬਦਾਂ ਦਾ ਉਪਯੋਗ ਕਰਨਾ ਕੁਦਰਤੀ ਹੈ। ਪਰ ਸੰਸਾਰ ਦੇ ਲੋਕਾਂ ਦੇ ਉਲਟ ਬਾਈਬਲ ਸਿਖਾਉਂਦੀ ਹੈ ਕਿ ਸਵਰਗ ਦੇ ਲੋਕ ਜੋ ਬਚਾਏ ਜਾਣਗੇ ਉਹਨਾਂ ਨੂੰ ਹਮੇਸ਼ਾ ਸਵਰਗ ਵੱਲ ਦੇਖਣਾ ਚਾਹੀਦਾ ਹੈ ਅਤੇ ਅੱਜ ਦਿੱਤੇ ਗਏ ਸਮੇਂ ਲਈ ਧੰਨਵਾਦੀ ਹੋਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨਾਲ ਖੁਸ਼ੀ ਦੇ ਸ਼ਬਦਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ। ਮੈਂ ਤੁਹਾਡੇ ਲਈ ਸੋਲ ਮੈਗਜ਼ੀਨ ਵਿੱਚੋਂ ਇੱਕ ਲੇਖ ਪੜ੍ਹਦਾ ਹਾਂ। ਮੇਰੇ ਸੀਨੀਅਰ ਨੂੰ ਜਿਨ੍ਹਾਂ ਨੇ ਮੇਰੇ ਲਈ ਇੱਕ ਵਾਰ ਦੁਪਹਿਰ ਦਾ ਖਾਣਾ ਖਰੀਦਿਆ, ਮੈਂ ਕਿਹਾ ਧੰਨਵਾਦ। ਮੇਰੀ ਮਾਂ ਨਾਲ ਜੋ ਰੋਜ਼ ਮੇਰੇ ਲਈ ਖਾਣਾ ਲਗਾਉਂਦੀ ਹੈ, ਮੈਂ ਮੋਟੇ ਢੰਗ ਨਾਲ ਕਿਹਾ ਮੈਨੂੰ ਪਾਣੀ ਦਿਓ। ਲੋਕ ਆਪਣੇ ਸੀਨੀਅਰਾਂ ਲਈ ਜਦ ਉਹ ਉਹਨਾਂ ਲਈ ਭੋਜਨ ਖਰੀਦਦੇ ਹਨ ਤਦ ਉਹਨਾਂ ਦਾ ਧੰਨਵਾਦ ਕਰਨਾ ਜਾਣਦੇ ਹਨ, ਪਰ ਉਹ ਸ਼ਾਇਦ ਹੀ ਕਦੀ ਆਪਣੀ ਮਾਂ ਨੂੰ ਧੰਨਵਾਦ ਕਹਿੰਦੇ ਹਨ ਜੋ ਪਰਿਵਾਰਿਕ ਸਿਹਤ ਦੀ ਦੇਖਭਾਲ ਕਰਨ ਲਈ ਹਰ ਸਵੇਰ ਬਹੁਤ ਛੇਤੀ ਉੱਠਣ ਲਈ ਆਪਣੇ ਥੱਕੇ ਹੋਏ ਸਰੀਰ ਨੂੰ ਖਿੱਚਦੀ ਹੈ। ਜੇਕਰ ਤੁਹਾਡੇ ਵਿੱਚੋਂ ਕੋਈ ਆਪਣੀ ਮਾਂ ਨੂੰ ਇਹ ਕਹਿੰਦੇ ਹੋਏ ਰੁੱਖੇ ਵਿਵਹਾਰ ਨਾਲ ਆਦੇਸ਼ ਦਿੰਦਾ ਹੈ ਮੈਨੂੰ ਪਾਣੀ ਦਿਓ, ਫਿਰ ਮੈਨੂੰ ਉਮੀਦ ਹੈ ਕਿ ਸਾਡੇ ਸਾਰੇ ਸਿਉਣ ਦੇ ਮੈਂਬਰ ਆਪਣੇ ਬੋਲਣ ਦੇ ਤਰੀਕੇ ਨੂੰ ਸੁਧਾਰਨਗੇ। ਸਾਨੂੰ ਕਹਿਣਾ ਚਾਹੀਦਾ ਹੈ ਮੰਮੀ ਇਸ ਸਵਾਦੀ ਖਾਣੇ ਲਈ ਧੰਨਵਾਦ। ਅੱਜ ਤੋਂ ਆਓ ਅਸੀਂ ਇਸ ਨੂੰ ਅਮਲ ਵਿੱਚ ਲਿਆਈਏ। ਪਰਮੇਸ਼ਵਰ ਨੇ ਸਾਨੂੰ ਇਹ ਸ਼ਬਦ ਸਿਰਫ ਸਾਡੇ ਕੰਨਾਂ ਨੂੰ ਖੁਸ਼ ਕਰਨ ਲਈ ਨਹੀਂ ਦਿੱਤੇ, ਬਲਕਿ ਉਹਨਾਂ ਨੂੰ ਇਸ ਲਈ ਦਿੱਤੇ ਗਏ ਤਾਂ ਜੋ ਅਸੀਂ ਉਹਨਾਂ ਨੂੰ ਅਮਲ ਵਿੱਚ ਲਿਆ ਸਕੀਏ, ਹੈ ਨਾ? ਲੇਖ ਵਿੱਚ ਅੱਗੇ ਲਿਖਿਆ ਹੈ, ਮੇਰੇ ਦੋਸਤ ਦੇ ਜਨਮ ਦਿਨ ਤੇ ਮੈਂ ਉਸਨੂੰ ਇਹ ਕਹਿ ਕੇ ਵਧਾਈਆਂ ਦਿੰਦਾ ਹਾਂ ਜਨਮ ਦਿਨ ਦੀਆਂ ਮੁਬਾਰਕਾਂ, ਪਰ ਮੇਰੀ ਮਾਂ ਦੇ ਜਨਮ ਦਿਨ ਤੇ ਮੈਂ ਕਹਿੰਦਾ ਹਾਂ ਉਹ ਕੀ ਅੱਜ ਤੁਹਾਡਾ ਜਨਮ ਦਿਨ ਹੈ? ਕਿੰਨੇ ਦੁੱਖ ਦੀ ਗੱਲ ਹੈ। ਸਾਨੂੰ ਆਪਣੇ ਪਰਿਵਾਰ ਦੀ ਵਰ੍ਹੇਗੰਢ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਉਹਨਾਂ ਹਾਲਾਤਾਂ ਵਿੱਚ ਰਹਿੰਦੇ ਹੋਏ ਸਵੈ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਜਿੱਥੇ ਅਸੀਂ ਆਪਣੀ ਮਾਤਾ ਤੋਂ ਸਿਰਫ ਪ੍ਰਾਪਤ ਕਰਦੇ ਰਹਿੰਦੇ ਹਾਂ। ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਕਿਵੇਂ ਸਾਡੀਆਂ ਮਾਵਾਂ ਲਗਾਤਾਰ ਆਪਣਾ ਸਮਾਂ ਸਾਡੀ ਸੇਵਾ ਵਿੱਚ ਲਗਾਉਂਦੀਆਂ ਹਨ। ਸਾਨੂੰ ਨਾ ਸਿਰਫ ਆਪਣੀ ਮਾਤਾ ਦੇ ਬਲੀਦਾਨ ਨੂੰ ਯਾਦ ਰੱਖਣਾ ਚਾਹੀਦਾ ਹੈ, ਬਲਕਿ ਸਾਨੂੰ ਆਪਣੇ ਪਿਤਾ ਦੇ ਬਲੀਦਾਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਪਿਤਾ ਚੁੱਪਚਾਪ ਤੜਕੇ ਕੰਮ ਤੇ ਚਲੇ ਜਾਂਦੇ ਹਨ ਅਤੇ ਦੇਰ ਰਾਤ ਵਾਪਸ ਆਉਂਦੇ ਹਨ ਜਦੋਂ ਪੂਰਾ ਪਰਿਵਾਰ ਸੋ ਰਿਹਾ ਹੁੰਦਾ ਹੈ। ਬੱਚਿਆਂ ਨੂੰ ਆਪਣੇ ਮਾਪਿਆਂ ਦੀ ਸਖਤ ਮਿਹਨਤ ਅਤੇ ਲਗਨ ਲਈ ਹਮੇਸ਼ਾ ਧੰਨਵਾਦੀ ਹੋਣਾ ਚਾਹੀਦਾ ਹੈ। ਕੀ ਤੁਸੀਂ ਸਹਿਮਤ ਨਹੀਂ ਹੋ? ਆਪਣੇ ਬੱਚਿਆਂ ਨੂੰ ਖਵਾਉਣ, ਉਹਨਾਂ ਨੂੰ ਕੱਪੜੇ ਪਵਾਉਣ, ਬੱਚਿਆਂ ਦੇ ਚੰਗੀ ਤਰ੍ਹਾਂ ਸੌਣ ਅਤੇ ਚੰਗੀ ਤਰ੍ਹਾਂ ਵਧਣ ਲਈ ਨਿੱਘਾ ਮਾਹੌਲ ਬਣਾਉਣ ਲਈ ਉਹ ਆਪਣੀ ਜਵਾਨੀ ਨੂੰ ਛੱਡ ਕੇ ਆਪਣੇ ਦਿਨ ਗੁਜ਼ਾਰਦੇ ਹਨ। ਭਾਵੇਂ ਮਾਪੇ ਨਿੱਘਾ ਅਤੇ ਪਿਆਰ ਭਰਿਆ ਮਾਹੌਲ ਬਣਾਉਣ ਲਈ ਸਖਤ ਮਿਹਨਤ ਕਰਦੇ ਹਨ, ਪਰ ਬੱਚਿਆਂ ਨੂੰ ਇਹ ਮਹਿਸੂਸ ਕਰਦੇ ਹੋਏ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿ ਉਹ ਇਸ ਦੇ ਹੱਕਦਾਰ ਹਨ। ਦੁਨੀਆ ਵਿੱਚ ਕੋਈ ਵੀ ਵਿਅਕਤੀ ਮੁਫਤ ਵਿੱਚ ਕੁਝ ਵੀ ਪ੍ਰਾਪਤ ਕਰਨ ਦੇ ਅਧਿਕਾਰ ਨਾਲ ਪੈਦਾ ਨਹੀਂ ਹੋਇਆ ਹੈ। ਫਿਰ ਵੀ ਮਾਪੇ ਆਪਣੀ ਮਰਜ਼ੀ ਨਾਲ ਆਪਣੇ ਬੱਚਿਆਂ ਦੀ ਬਿਨਾਂ ਸ਼ਰਤ ਸੇਵਾ ਕਰਦੇ ਹਨ। ਇਹ ਇੱਕ ਅਜਿਹਾ ਬਲੀਦਾਨ ਹੈ ਜਿਸ ਦੀ ਕੋਈ ਸੀਮਾ ਨਹੀਂ ਹੈ। ਇੱਕ ਸੀਨੀਅਰ ਨੂੰ ਜੋ ਤੁਹਾਡੇ ਲਈ ਸਿਰਫ ਇੱਕ ਭੋਜਨ ਖਰੀਦਦਾ ਹੈ, ਤੁਸੀਂ ਆਸਾਨੀ ਨਾਲ ਧੰਨਵਾਦ ਕਹਿ ਕੇ ਆਪਣਾ ਧੰਨਵਾਦੀ ਮਨ ਪ੍ਰਗਟ ਕਰਦੇ ਹੋ। ਫਿਰ ਵੀ ਕੁਝ ਲੋਕ ਆਪਣੀ ਮਾਂ ਨੂੰ ਮੈਨੂੰ ਪਾਣੀ ਦਿਓ ਇਸ ਤਰ੍ਹਾਂ ਮੋਟੇ ਢੰਗ ਨਾਲ ਆਦੇਸ਼ ਦਿੰਦੇ ਹਨ ਜੋ ਹਰ ਦਿਨ ਨਾਸ਼ਤੇ ਤੋਂ ਲੈ ਕੇ ਦੁਪਹਿਰ ਅਤੇ ਰਾਤ ਦੇ ਭੋਜਨ ਤੱਕ ਸਾਰਾ ਧਿਆਨ ਰੱਖਦੀ ਹੈ। ਸਾਨੂੰ ਇਸ ਤਰ੍ਹਾਂ ਬੋਲਣ ਦੇ ਰੁੱਖੇ ਤਰੀਕੇ ਨੂੰ ਠੀਕ ਕਰਨਾ ਚਾਹੀਦਾ ਹੈ।
ਇੱਕ ਦੋਸਤ ਨੂੰ ਅਸੀਂ ਕਹਿੰਦੇ ਹਾਂ ਜਨਮ ਦਿਨ ਮੁਬਾਰਕ ਹੋਵੇ, ਪਰ ਆਪਣੀ ਮਾਂ ਨੂੰ ਕਿ ਅੱਜ ਤੁਹਾਡਾ ਜਨਮ ਦਿਨ ਹੈ? ਜੇਕਰ ਤੁਹਾਡੀ ਮਾਤਾ ਇਹ ਗੱਲ ਸੁਣੇ ਤਦ ਉਹ ਬਹੁਤ ਜ਼ਿਆਦਾ ਨਿਰਾਸ਼ ਹੋਵੇਗੀ। ਇਸ ਤਰ੍ਹਾਂ ਦਾ ਵਿਅਕਤੀ ਤੁਸੀਂ ਜਾਂ ਮੈਂ ਹੋ ਸਕਦੇ ਹਾਂ। ਸਾਡੇ ਵਿੱਚੋਂ ਕੋਈ ਵੀ ਲੇਖ ਦੇ ਲੇਖਕ ਵਾਂਗ ਹੋ ਸਕਦਾ ਹੈ। ਬੇਸ਼ੱਕ ਅਜਿਹੇ ਭਰਾ ਅਤੇ ਭੈਣਾਂ ਹਨ ਜੋ ਆਪਣੀ ਮਾਤਾ ਪ੍ਰਤੀ ਦਿਆਲੂ ਹਨ। ਮੈਨੂੰ ਆਸ ਹੈ ਕਿ ਉਹ ਹੁਣ ਹੋਰ ਜ਼ਿਆਦਾ ਇਮਾਨਦਾਰੀ ਨਾਲ ਆਪਣਾ ਧੰਨਵਾਦ ਪ੍ਰਗਟ ਕਰਨਗੇ, ਅਤੇ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਅਜਿਹਾ ਨਹੀਂ ਕੀਤਾ ਹੈ ਤਦ ਹੁਣ ਤੋਂ ਉਹ ਵੀ ਕਦੀ-ਕਦੀ ਧੰਨਵਾਦ ਕਹਿ ਸਕਦੇ ਹਨ। ਮੈਂ ਤੁਹਾਡੇ ਲਈ ਲੇਖ ਵਿੱਚੋਂ ਪੜ੍ਹਨਾ ਜਾਰੀ ਰੱਖਾਂਗਾ। ਆਪਣੇ ਸਹਿ ਕਰਮਚਾਰੀ ਨੂੰ ਜਿਸ ਨੇ 5 ਮਿੰਟ ਤੱਕ ਮੇਰੀ ਉਡੀਕ ਕੀਤੀ, ਮੈਂ ਕਹਿੰਦਾ ਹਾਂ ਮੈਨੂੰ ਮਾਫ ਕਰ ਦਿਓ, ਮੈਨੂੰ ਦੇਰੀ ਹੋ ਗਈ। ਪਰ ਜੀਵਨ ਭਰ ਉਡੀਕ ਕਰਨ ਵਾਲੀ ਮਾਂ ਲਈ ਮੈਂ ਕਹਿੰਦਾ ਹਾਂ, ਤੁਸੀਂ ਮੈਨੂੰ ਮਿਲਣ ਕਿਉਂ ਆਏ? ਕਿ ਤੁਸੀਂ ਕਦੀ ਆਪਣੇ ਮਾਪਿਆਂ ਨੂੰ ਇਹ ਕਿਹਾ ਹੈ? ਇੱਥੇ ਇੱਕ ਜਨਤਕ ਸੇਵਾ ਇਸ਼ਤਿਹਾਰ ਹੈ ਜੋ ਕਹਿੰਦਾ ਹੈ, ਮੰਮੀ ਧੰਨਵਾਦ ਅਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਇਹ ਸ਼ਬਦ ਜ਼ਾਹਰ ਕਰਨਾ ਹੀ ਆਪਣੇ ਮਾਪਿਆਂ ਪ੍ਰਤੀ ਸੰਤਾਨ ਦਾ ਫਰਜ਼ ਹੈ। ਇਸ ਇਸ਼ਤਿਹਾਰ ਨੂੰ ਅਸਲ ਵਿੱਚ ਇੱਕ ਇਨਾਮ ਦਿੱਤਾ ਜਾਣਾ ਚਾਹੀਦਾ ਹੈ। ਅੱਜ ਇਸ ਪਲ ਤੋਂ ਭਾਵੇਂ ਕੋਈ ਚੀਜ਼ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਕਾਰਨ ਬਣੇ, ਆਓ ਅਸੀਂ ਮਾਪਿਆਂ ਨੂੰ ਹਮੇਸ਼ਾ ਇਹ ਕਹੀਏ, ਹੁਣ ਤੱਕ ਮੇਰਾ ਪਾਲਣ ਪੋਸ਼ਣ ਕਰਨ ਲਈ ਤੁਹਾਡਾ ਧੰਨਵਾਦ। ਨਾਲ ਹੀ ਅਸੀਂ ਆਤਮਿਕ ਮਾਪਿਆਂ ਬਾਰੇ ਵੀ ਕਿਉਂ ਨਹੀਂ ਸੋਚਦੇ? ਉਹਨਾਂ ਨੇ ਕਿੰਨੇ ਲੰਬੇ ਸਮੇਂ ਤੱਕ ਸਾਡੇ ਜਾਗਣ, ਮਹਿਸੂਸ ਕਰਨ ਅਤੇ ਪ੍ਰਾਇਸ਼ਚਿਤ ਕਰਨ ਦੀ ਉਡੀਕ ਕੀਤੀ ਹੈ। ਅਸੀਂ ਆਪਣੇ ਸਹਿ ਕਰਮਚਾਰੀ ਨੂੰ ਉਡੀਕ ਕਰਨ ਲਈ ਧੰਨਵਾਦ ਕਹਿਣਾ ਨਿਸ਼ਚਿਤ ਕਰਦੇ ਹਾਂ, ਜਿਸ ਨੇ ਸਿਰਫ 5-10 ਮਿੰਟ ਤੱਕ ਸਾਡੀ ਉਡੀਕ ਕੀਤੀ। ਸਾਡੇ ਪਰਮੇਸ਼ਵਰ ਬਾਰੇ ਕੀ, ਜਿਨ੍ਹਾਂ ਨੇ 6000 ਸਾਲਾਂ ਤੋਂ ਸਾਡੀ ਉਡੀਕ ਕੀਤੀ ਹੈ। ਹੇ ਪਰਮੇਸ਼ਵਰ, ਉਡੀਕ ਕਰਨ ਲਈ ਤੁਹਾਡਾ ਧੰਨਵਾਦ। ਜੇਕਰ ਤੁਸੀਂ ਇੰਨੀ ਦੇਰ ਤੱਕ ਉਡੀਕ ਨਹੀਂ ਕੀਤੀ ਹੁੰਦੀ ਤਦ ਮੈਨੂੰ ਪਛਤਾਤਾਪ ਕਰਨ ਦਾ ਮੌਕਾ ਨਾ ਮਿਲਦਾ। ਸੰਤਾਨਾਂ ਦੇ ਰੂਪ ਵਿੱਚ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਿਖਾਇਆ ਹੈ, ਸਾਨੂੰ ਆਪਣੇ ਸੰਸਾਰਿਕ ਪਿਤਾ ਅਤੇ ਮਾਤਾ ਜੀ ਦੇ ਪ੍ਰਤੀ ਆਪਣੇ ਸ਼ਬਦਾਂ ਅਤੇ ਕੰਮਾਂ ਨੂੰ ਸਹੀ ਕਰਨ ਵਿੱਚ ਸਮਰੱਥੀ ਹੋਣਾ ਚਾਹੀਦਾ ਹੈ। ਇਸ ਦੇ ਇਲਾਵਾ ਮੈਨੂੰ ਆਸ ਹੈ ਕਿ ਤੁਸੀਂ ਤੇ ਮੈਂ ਉਹ ਬਣ ਸਕਦੇ ਹਾਂ ਜੋ ਆਪਣੇ ਆਤਮਿਕ ਪਿਤਾ ਅਤੇ ਮਾਤਾ ਜੀ ਦੇ ਪ੍ਰਤੀ ਇਹ ਮਾਨਸਿਕਤਾ ਅਤੇ ਵਿਸ਼ਵਾਸ ਰੱਖਦੇ ਹਨ। ਆਓ ਅਸੀਂ ਸਾਰੇ ਇਸ ਨੂੰ ਮਨ ਵਿੱਚ ਰੱਖੀਏ, ਹੌਸਲਾ ਰੱਖੀਏ ਅਤੇ ਸਵਰਗ ਦੀ ਆਸ ਰੱਖੀਏ। ਅਸੀਂ ਧਰਤੀ ਉੱਤੇ ਭਾਵੇਂ ਕੁਝ ਵੀ ਕਰੀਏ, ਕਈ ਮੁਸ਼ਕਲਾਂ ਆਉਂਦੀਆਂ ਹਨ। ਪੂਰੀ ਦੁਨੀਆ ਵਿੱਚ ਇਸ ਸਮੇਂ ਅਰਥ ਵਿਵਸਥਾ ਦੇ ਸਾਰੇ ਖੇਤਰ ਮੰਦੀ ਵਿੱਚੋਂ ਲੰਘ ਰਹੇ ਹਨ, ਜਿਸ ਤੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕੀ ਪਰਮੇਸ਼ਵਰ ਅਜਿਹਾ ਦੇਸ਼ ਤਿਆਰ ਨਹੀਂ ਕਰ ਰਹੇ ਜਿੱਥੇ ਅਜਿਹੀਆਂ ਕੋਈ ਮੁਸ਼ਕਲਾਂ ਨਹੀਂ ਹਨ? ਇਹ ਸ਼ਾਨਦਾਰ ਸਵਰਗੀ ਦੁਨੀਆ ਹੈ ਜਿੱਥੇ ਨਾ ਤਾਂ ਸੰਕਟ ਹੋਣਗੇ, ਨਾ ਰੋਜ਼ਗਾਰ ਦੀ ਚਿੰਤਾ, ਨਾ ਮੁਸ਼ਕਲਾਂ, ਨਾ ਸੋਗ, ਨਾ ਦੁੱਖ, ਨਾ ਦਰਦ ਅਤੇ ਨਾ ਹੀ ਮੌਤ ਹੋਵੇਗੀ। ਕਿ ਇਸੇ ਕਰਕੇ ਪਰਮੇਸ਼ਵਰ ਨੇ ਸਾਨੂੰ ਸੱਚਾਈ ਅਤੇ ਸਿੱਖਿਆ ਦੇ ਕੇ ਅਤੇ ਚਰਚ ਦੀ ਸਥਾਪਨਾ ਕਰਕੇ ਸਵਰਗ ਦੇ ਰਾਜ ਲਈ ਸ਼ਾਨਦਾਰ ਰਾਹ ਨਹੀਂ ਖੋਲ੍ਹਿਆ, ਤਾਂ ਜੋ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਅਧੀਨ ਸਹੀ ਰਾਹ ਤੇ ਚੱਲ ਸਕੀਏ। ਇਸ ਲਈ ਸਾਨੂੰ ਸਾਰਿਆਂ ਨੂੰ ਸਿਓਨ ਦੇ ਪਰਿਵਾਰ ਦੇ ਮੈਂਬਰਾਂ ਨੂੰ ਅਜਿਹੇ ਸ਼ਬਦਾਂ ਨਾਲ ਉਤਸ਼ਾਹਿਤ ਕਰਕੇ ਉਹਨਾਂ ਦੀ ਸਹਾਇਤਾ ਕਰਨ ਦੀ ਲੋੜ ਹੈ ਕਿ ਆਓ ਅਸੀਂ ਸਵਰਗ ਦੀ ਆਸ ਨਾਲ ਹੌਸਲਾ ਰੱਖੀਏ ਅਤੇ ਆਪਣੀ ਪੂਰੀ ਕੋਸ਼ਿਸ਼ ਲਗਾਈਏ। ਸਾਨੂੰ ਜੀਵਨ ਭਰ ਇੱਕ ਦੂਸਰੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੀ ਹੋਵੇਗਾ ਜੇਕਰ ਦੌੜ ਵਿੱਚ ਤੁਸੀਂ ਸਾਹ ਛੱਡ ਰਹੇ ਹੋ ਪਰ ਕੋਈ ਹੈ ਜੋ ਤੁਹਾਨੂੰ ਹੌਸਲਾ ਦੇ ਰਿਹਾ ਹੈ? ਜੇਕਰ ਤੁਹਾਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਹੈ, ਫਿਰ ਤੁਸੀਂ ਇੱਕ ਕਦਮ ਵੀ ਅੱਗੇ ਨਹੀਂ ਦੌੜ ਸਕੋਗੇ। ਪਰ ਜੇ ਕੋਈ ਤੁਹਾਨੂੰ ਉਤਸ਼ਾਹਿਤ ਕਰ ਰਿਹਾ ਹੈ ਤਾਂ ਤੁਸੀਂ ਤੇਜ਼ੀ ਨਾਲ ਦੌੜ ਸਕੋਗੇ। ਜੇਕਰ ਤੁਹਾਡਾ ਸਾਹ ਫੁੱਲੇ ਫਿਰ ਵੀ ਤੁਸੀਂ ਦੌੜ ਸਕੋਗੇ। ਇਸ ਦੇ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਇੱਕ ਦੂਸਰੇ ਨੂੰ ਬੋਲੇ ਜਾਣ ਵਾਲੇ ਸ਼ਬਦ ਅਸਲ ਵਿੱਚ ਕਿੰਨੇ ਪ੍ਰਭਾਵਸ਼ਾਲੀ ਹੁੰਦੇ ਹਨ। ਅੱਜ ਆਓ ਅਸੀਂ ਜਾਣੀਏ ਕਿ ਸਾਡੇ ਦੁਆਰਾ ਬੋਲੇ ਜਾਣ ਵਾਲੇ ਸ਼ਬਦਾਂ ਅਤੇ ਜੀਵਨ ਦੇ ਉਹਨਾਂ ਸ਼ਬਦਾਂ ਦੇ ਪ੍ਰਭਾਵ ਬਾਰੇ ਬਾਈਬਲ ਸਾਨੂੰ ਕੀ ਸਿਖਾਉਂਦੀ ਹੈ, ਜਿਨ੍ਹਾਂ ਦਾ ਉਪਯੋਗ ਸਾਨੂੰ ਸੰਸਾਰ ਨੂੰ ਬਚਾਉਣ ਲਈ ਪ੍ਰਚਾਰ ਕਰਦੇ ਸਮੇਂ ਕਰਨਾ ਚਾਹੀਦਾ ਹੈ। ਆਓ ਅਸੀਂ ਗਲਾਤੀਆਂ ਦੀ ਕਿਤਾਬ ਅਧਿਆਇ 6 ਵਚਨ 7 ਉੱਤੇ ਇੱਕ ਨਜ਼ਰ ਪਾਈਏ। ਤੁਸੀਂ ਧੋਖਾ ਨਾ ਖਾਓ। ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਕੀ ਵੱਢੇਗਾ, ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਵੀ। ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਵੀ। ਮੰਨ ਲਓ ਕਿ ਸਾਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਵਿੱਚ 5 ਸਾਲ ਲੱਗਦੇ ਹਨ, ਅਤੇ ਮੰਨ ਲਓ ਕਿ ਉਹਨਾਂ 5 ਸਾਲਾਂ ਵਿੱਚ ਅਸੀਂ ਜੋ ਸ਼ਬਦ ਬੋਲੇ ਹਨ ਉਹ ਇਹ ਨਿਰਧਾਰਿਤ ਕਰਨ ਵਾਲੇ ਕਾਰਕ ਹਨ ਕਿ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਾਂਗੇ ਜਾਂ ਨਹੀਂ। ਕਿ ਯੀਸ਼ੂ ਨੇ ਇਹ ਨਹੀਂ ਕਿਹਾ ਸੀ ਕਿ ਜੋ ਗੱਲਾਂ ਅਸੀਂ ਕਹਿੰਦੇ ਹਾਂ ਨਿਆਂ ਦੇ ਦਿਨ ਉਹ ਹਰ ਉਸ ਗੱਲ ਦਾ ਲੇਖਾ ਲੈਣਗੇ?
ਇਸ ਲਈ ਸਾਨੂੰ ਸੋਹਣੇ ਸ਼ਬਦ, ਉਤਸ਼ਾਹਤ ਸ਼ਬਦ, ਪ੍ਰਸ਼ੰਸਾ ਨਾਲ ਭਰੇ ਸ਼ਬਦ ਅਤੇ ਧੰਨਵਾਦ ਦੇ ਸ਼ਬਦ ਬੋਲਣੇ ਚਾਹੀਦੇ ਹਨ। ਜੇਕਰ ਅਸੀਂ ਇਹਨਾਂ ਸ਼ਬਦਾਂ ਨੂੰ ਨਹੀਂ ਬੋਲਦੇ, ਤਦ ਉਹ ਸਾਰੇ ਸ਼ਬਦ ਜੋ ਅਸੀਂ ਬੋਲੇ ਹਨ, ਉਹ ਕੀ ਹੋਣਗੇ? ਉਹ ਨਿਆਂ ਦੇ ਦਿਨ ਸਾਨੂੰ ਦੋਸ਼ੀ ਠਹਿਰਾਉਣਗੇ। ਫਿਰ ਅਸੀਂ ਜੋ ਸ਼ਬਦ ਬੋਲਦੇ ਹਾਂ, ਕਿ ਉਹ ਬਹੁਤ ਹੀ ਮਹੱਤਵਪੂਰਨ ਨਹੀਂ ਹਨ। ਇਸ ਲਈ ਗਲਾਤੀਆਂ 6 ਕਹਿੰਦਾ ਹੈ, ਮਨੁੱਖ ਜੋ ਕੁਝ ਬੀਜਦਾ ਹੈ ਸੋਈ ਉਹ ਵੱਢੇਗਾ ਵੀ। ਜੇ ਅਸੀਂ ਮਾੜੇ, ਭ੍ਰਿਸ਼ਟ ਅਤੇ ਹਿੰਸਕ ਸ਼ਬਦ ਬੋਲੇ ਹਨ, ਤਦ ਆਓ ਅਸੀਂ ਇਸ ਪਲ ਤੋਂ ਆਪਣੇ ਸ਼ਬਦਾਂ ਨੂੰ ਸ਼ੁੱਧ ਕਰੀਏ। ਮੈਨੂੰ ਆਸ ਹੈ ਕਿ ਅਸੀਂ ਆਪਣੇ ਅਤੀਤ ਵਿੱਚ ਬੋਲੇ ਸਾਰੇ ਸ਼ਬਦਾਂ ਨੂੰ ਮਿਟਾ ਦੇਵਾਂਗੇ। ਪਰ ਜੇਕਰ ਸਾਡੇ ਕੋਲ ਅਤੀਤ ਵਿੱਚ ਬੋਲੇ ਗਏ ਸ਼ਬਦਾਂ ਦੇ ਕਈ ਚੰਗੇ ਰਿਕਾਰਡ ਹਨ, ਫਿਰ ਆਓ ਅਸੀਂ ਅਜਿਹਾ ਕਰਨਾ ਜਾਰੀ ਰੱਖੀਏ। ਆਓ ਅਸੀਂ ਵਚਨ 8 ਦੇਖੀਏ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ, ਉਹ ਸਰੀਰੋਂ ਵਿਨਾਸ਼ ਨੂੰ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ, ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ। ਅਤੇ ਭਲਾਈ ਕਰਦਿਆਂ ਅਸੀਂ ਅੱਕ ਨਾ ਜਾਈਏ, ਕਿਉਂ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ। ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ, ਅਸੀਂ ਕੀ ਕਰੀਏ? ਅਸੀਂ ਸਭਨਾਂ ਨਾਲ ਭਲਾ ਕਰੀਏ। ਆਪਣੇ ਹਿੱਤ ਬਾਰੇ ਨਾ ਸੋਚਦੇ ਹੋਏ ਲੋਕਾਂ ਦੇ ਰਾਜਨੀਤਿਕ ਵਿਚਾਰਾਂ, ਆਰਥਿਕ ਹਾਲਾਤਾਂ ਜਾਂ ਵਿਚਾਰਧਾਰਾ ਦੀ ਪਰਵਾਹ ਕੀਤੇ ਬਿਨਾਂ ਸਭ ਨਾਲ ਭਲਾਈ ਕਰੀਏ। ਇਹ ਪਰਮੇਸ਼ਵਰ ਦਾ ਵਚਨ ਹੈ। ਜਦੋਂ ਤੁਸੀਂ ਭਲਾਈ ਕਰੋਗੇ, ਤਾਂ ਤੁਹਾਡੇ ਮੂੰਹ ਤੋਂ ਚੰਗੇ ਸ਼ਬਦ ਆਪਣੇ ਆਪ ਨਿਕਲ ਆਉਣਗੇ। ਆਓ ਅਸੀਂ ਅਫਸੀਆਂ ਅਧਿਆਇ 4 ਵਚਨ 29 ਦੇਖੀਏ। ਇਸ ਵਚਨ ਦੁਆਰਾ ਸਵਰਗੀ ਮਾਤਾ ਹਮੇਸ਼ਾ ਸਾਨੂੰ ਇੱਕ ਕੀਮਤੀ ਸਬਕ ਸਿਖਾਉਂਦੇ ਹਨ। ਕੋਈ ਵੀ ਬਿਨਾਂ ਗੱਲ ਕੀਤੇ ਆਪਣੀ ਪੂਰੀ ਜ਼ਿੰਦਗੀ ਨਹੀਂ ਜੀ ਸਕਦਾ। ਅਜਿਹੇ ਸ਼ਬਦਾਂ ਦਾ ਉਪਯੋਗ ਕਰਨ ਦੀ ਬਜਾਏ ਜੋ ਦੂਸਰਿਆਂ ਨੂੰ ਕਿਰਪਾ ਨਹੀਂ ਦੇ ਸਕਦੇ, ਸਾਨੂੰ ਉਹਨਾਂ ਸ਼ਬਦਾਂ ਨੂੰ ਬੋਲਣਾ ਚਾਹੀਦਾ ਹੈ ਜਿਨ੍ਹਾਂ ਦਾ ਬਾਈਬਲ ਸਾਨੂੰ ਉਪਯੋਗ ਕਰਨਾ ਸਿਖਾਉਂਦੀ ਹੈ। ਆਓ ਅਸੀਂ ਵਚਨ 29 ਦੇਖੀਏ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ। ਸਾਨੂੰ ਇਸ ਦੇ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਅਨੇਕ ਪ੍ਰਕਾਰ ਦੇ ਸ਼ਬਦਾਂ ਵਿੱਚੋਂ ਕੋਈ ਵੀ ਬੁਰੀ ਜਾਂ ਕੋਈ ਗੰਦੀ ਗੱਲ ਸਾਡੇ ਮੂੰਹ ਤੋਂ ਨਹੀਂ ਨਿਕਲਣੀ ਚਾਹੀਦੀ। ਸਗੋਂ ਜਿਵੇਂ ਲੋੜ ਪਵੇ ਕਿਸ ਤਰ੍ਹਾਂ ਦੇ ਸ਼ਬਦ ਨਿਕਲਣ, ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ, ਭਾਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ਇਹ ਪਿਤਾ ਅਤੇ ਮਾਤਾ ਜੀ ਦੀ ਸਿੱਖਿਆ ਹੈ। ਆਓ ਅਸੀਂ ਉਸੇ ਤਰ੍ਹਾਂ ਬੋਲਣਾ ਨਿਸ਼ਚਿਤ ਕਰੀਏ ਜਿਵੇਂ ਉਹਨਾਂ ਨੇ ਸਾਨੂੰ ਸਿਖਾਇਆ ਹੈ। ਸੰਸਾਰ ਵਿੱਚ ਰਹਿੰਦੇ ਹੋਏ, ਖਾਸ ਤੌਰ ਤੇ ਸ਼ੈਤਾਨ ਦੇ ਦੁਸ਼ਟ ਸੇਵਕਾਂ ਦਾ ਵਿਰੋਧ ਕਰਦੇ ਹੋਏ, ਸਾਡੇ ਦਿਲ ਵਿੱਚ ਅੱਗ ਵਾਂਗ ਕ੍ਰੋਧ ਭੜਕ ਉੱਠਦਾ ਹੈ। ਇੱਕਮਾਤਰ ਸ਼ਕਤੀ ਜੋ ਇਸ ਪਾਪ ਨਾਲ ਭਰੇ ਸੰਸਾਰ ਨੂੰ ਬਦਲ ਸਕਦੀ ਹੈ, ਉਹ ਪਰਮੇਸ਼ਵਰ ਦਾ ਵਚਨ ਹੈ। ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ। ਮਾੜੇ ਅਤੇ ਘਿਨਾਉਣੇ ਸ਼ਬਦ ਬੋਲਣ ਦੀ ਬਜਾਏ ਕਿ ਸਾਨੂੰ ਉਸ ਤਰ੍ਹਾਂ ਦੇ ਸ਼ਬਦ ਨਹੀਂ ਬੋਲਣੇ ਚਾਹੀਦੇ ਜੋ ਹੋਰਨਾਂ ਦੀ ਉન્નਤੀ ਲਈ ਚੰਗੇ ਹੋਣ ਅਤੇ ਜੋ ਦੁਨੀਆ ਨੂੰ ਬਦਲਣ ਅਤੇ ਸ਼ੁੱਧ ਕਰਨ ਲਈ ਦਿਆਲੂ ਅਤੇ ਸੋਹਣੇ ਸ਼ਬਦ ਹੋਣ। ਜੋ ਲੋਕ ਆਪਣੀ ਮਰਜ਼ੀ ਨਾਲ ਸਭ ਕੁਝ ਕਰਦੇ ਹਨ, ਉਹਨਾਂ ਨੂੰ ਕੋਈ ਇਨਾਮ ਨਹੀਂ ਮਿਲ ਸਕਦਾ, ਹੈ ਨਾ? ਆਓ ਅਸੀਂ ਕਹੋ ਤਾਂ ਅਧਿਆਇ 15 ਵਚਨ 1 ਦੇਖੀਏ। ਨਰਮ ਜਵਾਬ ਗੁੱਸੇ ਨੂੰ ਕੀ ਕਰਦਾ ਹੈ? ਠੰਡਾ ਕਰ ਦਿੰਦਾ ਹੈ। ਪਰ ਕਠੋਰ ਬੋਲ ਕੀ ਕਰਦਾ ਹੈ? ਇੱਕ ਸਮੇਂ ਦੀ ਗੱਲ ਹੈ, ਰੋਮਨ ਸਾਮਰਾਜ ਨੇ ਆਪਣੇ ਸੁਨਹਿਰੀ ਯੁੱਗ ਵਿੱਚ ਕਈ ਬਹੁਤ ਸਾਰੇ ਦੇਸ਼ਾਂ ਨੂੰ ਜਿੱਤਿਆ। ਇੱਕ ਪਿੰਡ ਤੇ ਜਿੱਤ ਪ੍ਰਾਪਤ ਕਰਦੇ ਸਮੇਂ ਇੱਕ ਰੋਮਨ ਕਪਤਾਨ ਨੇ ਪਿੰਡ ਦੇ ਚਾਰੇ ਪਾਸੇ ਦੇਖਿਆ ਅਤੇ ਪਾਇਆ ਕਿ ਉੱਥੇ ਸਿਰਫ ਔਰਤਾਂ ਅਤੇ ਬੱਚੇ ਸੀ। ਉਸਨੇ ਲੋਕਾਂ ਨੂੰ ਕਿਹਾ, ਮੈਂ ਤੁਹਾਨੂੰ ਸਾਰਿਆਂ ਨੂੰ ਰਿਹਾ ਕਰਨ ਜਾ ਰਿਹਾ ਹਾਂ ਅਤੇ ਤੁਹਾਨੂੰ ਆਪਣੇ ਸਭ ਤੋਂ ਕੀਮਤੀ ਖਜ਼ਾਨੇ ਵਿੱਚੋਂ ਸਿਰਫ ਇੱਕ ਲਿਜਾਣ ਦੀ ਇਜਾਜ਼ਤ ਦਿਆਂਗਾ। ਉਸ ਦੇ ਕਹਿਣ ਤੇ ਬਹੁਤ ਸਾਰੇ ਲੋਕ ਆਪਣੀ ਆਪਣੀ ਸੰਪਤੀ ਲੈ ਕੇ ਚਲੇ ਗਏ। ਫਿਰ ਇੱਕ ਔਰਤ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਢੱਕੀ ਹੋਈ ਇੱਕ ਬਹੁਤ ਵੱਡੀ ਵਸਤੂ ਨੂੰ ਲੈ ਜਾਂਦੇ ਹੋਏ ਪਾਇਆ ਗਿਆ। ਤਦ ਇੱਕ ਸਿਪਾਹੀ ਨੇ ਪੁੱਛਿਆ, ਇਹ ਕੀ ਹੈ? ਉਸਨੇ ਉਸ ਨੂੰ ਆਪਣਾ ਪਤੀ ਦਿਖਾਇਆ। ਸਿਪਾਹੀ ਗੁੱਸਾ ਹੋਇਆ ਅਤੇ ਉਸਨੇ ਜਨਰਲ ਨੂੰ ਇਸ ਦੀ ਸੂਚਨਾ ਦਿੱਤੀ। ਇਹ ਅਸਵੀਕਾਰ ਕਰਨ ਯੋਗ ਹੈ ਕਿ ਸਾਨੂੰ ਹੁਣੇ ਇਸੇ ਘੜੀ ਇਸ ਆਦਮੀ ਨੂੰ ਨਹੀਂ ਮਾਰ ਦੇਣਾ ਚਾਹੀਦਾ। ਜਦੋਂ ਉਹ ਆਪਸ ਵਿੱਚ ਗੱਲਾਂ ਕਰ ਰਹੀ ਸੀ ਕਿ ਉਸ ਔਰਤ ਨੇ ਬੜੀ ਚਲਾਕੀ ਨਾਲ ਕਿਹਾ, ਜਨਰਲ, ਕਿ ਤੁਸੀਂ ਸਾਡੇ ਨਾਲ ਸਪਸ਼ਟ ਵਾਅਦਾ ਨਹੀਂ ਸੀ ਕੀਤਾ ਕਿ ਅਸੀਂ ਆਪਣੇ ਸਭ ਤੋਂ ਕੀਮਤੀ ਖਜ਼ਾਨੇ ਵਿੱਚੋਂ ਇੱਕ ਲੈ ਸਕਦੇ ਹਾਂ। ਮੇਰੇ ਲਈ ਸਭ ਤੋਂ ਕੀਮਤੀ ਖਜ਼ਾਨਾ
ਮੇਰੇ ਪਤੀ ਹਨ। ਇਸ ਤਰ੍ਹਾਂ ਕਹਿ ਕੇ ਉਹ ਦੁਸ਼ਮਣ ਤੋਂ ਆਪਣੇ ਪਤੀ ਨੂੰ ਬਚਾਉਣ ਵਿੱਚ ਸਮਰਥੀ ਸੀ। ਸਾਰੇ ਲੋਕੋ, ਕੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜੋ ਵੀ ਸ਼ਬਦ ਕਹਿੰਦੇ ਹਾਂ ਉਹ ਬਹੁਤ ਹੀ ਮਹੱਤਵਪੂਰਨ ਹਨ? ਇੱਕ ਰਾਜਾ ਅਤੇ ਮੌਤ ਦੀ ਸਜ਼ਾ ਪਾਉਣ ਵਾਲੇ ਕੈਦੀ ਬਾਰੇ ਇੱਕ ਹੋਰ ਕਹਾਣੀ ਹੈ। ਇੱਕ ਰਾਸ਼ਟਰੀ ਵਿਰੋਧ ਕਰਕੇ ਮੌਤ ਦੀ ਸਜ਼ਾ ਵਿੱਚ ਸ਼ਾਮਿਲ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਰਾਜੇ ਨੂੰ ਖੁਦ ਮੌਜੂਦ ਹੋਣਾ ਪਿਆ। ਮੌਤ ਦੀ ਸਜ਼ਾ ਪਾਉਣ ਵਾਲੇ ਇੱਕ ਕੈਦੀ ਨੇ ਤਰਸਯੋਗ ਅੱਖਾਂ ਨਾਲ ਰਾਜੇ ਤੋਂ ਇੱਕ ਗਿਲਾਸ ਪਾਣੀ ਮੰਗਿਆ। ਭਾਵੇਂ ਹੀ ਉਸ ਦੀ ਬੇਨਤੀ ਮੰਨ ਲਈ ਗਈ ਸੀ, ਪਰ ਉਹ ਪਾਣੀ ਦਾ ਗਿਲਾਸ ਫੜੇ ਹੋਏ ਡਰ ਨਾਲ ਕੰਬ ਰਿਹਾ ਸੀ। ਉਹ ਇੱਕ ਪੱਤੇ ਵਾਂਗ ਕੰਬਦੇ ਹੋਏ ਬਹੁਤ ਤਰਸਯੋਗ ਲੱਗ ਰਿਹਾ ਸੀ। ਰਾਜਾ ਨੇ ਖੁਦ ਇੱਕ ਮਨੁੱਖ ਹੋਣ ਦੇ ਨਾਤੇ ਕਿਹਾ, ਭਾਵੇਂ ਹੀ ਤੁਸੀਂ ਕੈਦੀ ਹੋ, ਪਰ ਜਦ ਤੱਕ ਤੁਸੀਂ ਇਸ ਪਾਣੀ ਨੂੰ ਨਹੀਂ ਪੀਂਦੇ ਹੋ ਤਦ ਤੱਕ ਤੁਹਾਨੂੰ ਮਾਰਿਆ ਨਹੀਂ ਜਾਵੇਗਾ। ਤਦ ਚਿੰਤਾ ਨਾ ਕਰੋ, ਬਸ ਪਾਣੀ ਪੀਓ। ਉਸ ਸਮੇਂ ਕੈਦੀ ਦੇ ਹੱਥ ਤੋਂ ਪਾਣੀ ਦਾ ਗਿਲਾਸ ਡਿੱਗਿਆ ਅਤੇ ਟੁੱਟ ਗਿਆ ਅਤੇ ਕੈਦੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਜਿਵੇਂ ਕਿ ਉਸ ਨੂੰ ਕਿਹਾ ਗਿਆ ਸੀ ਕਿ ਜਦ ਤੱਕ ਉਹ ਪਾਣੀ ਪੀਣਾ ਖਤਮ ਨਹੀਂ ਕਰ ਦਿੰਦਾ ਤਦ ਤੱਕ ਉਸ ਨੂੰ ਨਹੀਂ ਮਾਰਿਆ ਜਾਵੇਗਾ। ਇਸ ਲਈ ਉਹ ਮੌਤ ਦੀ ਸਜ਼ਾ ਨੂੰ ਅੰਜਾਮ ਨਹੀਂ ਦੇ ਸਕੇ, ਕਿਉਂਕਿ ਉਸਨੇ ਪਾਣੀ ਨੂੰ ਪੀਣ ਯੋਗ ਨਹੀਂ ਬਣਾਇਆ। ਰਾਜੇ ਨੇ ਆਪਣਾ ਵਾਅਦਾ ਨਿਭਾਉਣ ਲਈ ਮੌਤ ਦੀ ਸਜ਼ਾ ਪਾਉਣ ਵਾਲੇ ਕੈਦੀ ਨੂੰ ਆਜ਼ਾਦ ਕਰ ਦਿੱਤਾ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕਹੇ ਕਈ ਸ਼ਬਦ ਬਹੁਤ ਪ੍ਰਭਾਵਸ਼ਾਲੀ ਹੋ ਸਕਦੇ ਹਨ। ਕਹੋਤਾਂ ਅਧਿਆਇ 15 ਵਿੱਚ ਇਹ ਕਿਹਾ ਗਿਆ ਹੈ, ਨਰਮ ਜਵਾਬ ਸੁਣਨ ਨਾਲ ਕੀ ਹੋ ਜਾਂਦਾ ਹੈ? ਦੂਸਰੇ ਮਨੁੱਖ ਦਾ ਗੁੱਸਾ ਠੰਡਾ ਹੋ ਜਾਂਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ। ਇੱਥੇ ਅੱਜ ਪਤੀ ਪਤਨੀ ਅਤੇ ਪਰਿਵਾਰ ਦੇ ਮੈਂਬਰ ਨਾਲ ਮਿਲ ਕੇ ਆਰਾਧਨਾ ਕਰ ਰਹੇ ਹਨ। ਨਾ ਸਿਰਫ ਪਰਿਵਾਰ ਮੈਂਬਰਾਂ ਦੇ ਵਿੱਚ, ਬਲਕਿ ਸਾਡੇ ਸਿਓਨ ਦੇ ਪਰਿਵਾਰ ਦੇ ਮੈਂਬਰਾਂ ਵਿੱਚ ਵੀ। ਆਓ ਅਸੀਂ ਇਸ ਪਲ ਤੋਂ ਕਠੋਰ ਸ਼ਬਦਾਂ ਦੇ ਬਦਲੇ ਕੋਮਲ ਸ਼ਬਦ ਕਹਿਣ ਦਾ ਅਭਿਆਸ ਕਰੀਏ। ਆਓ ਅਸੀਂ ਕੁਲੂਸੀਓਂ ਦੇ ਅਧਿਆਇ 4 ਉੱਤੇ ਇੱਕ ਨਜ਼ਰ ਪਾਈਏ। ਕੁਲੂਸੀਓਂ ਅਧਿਆਇ 4 ਵਚਨ 6। ਤੁਹਾਡੀ ਗੱਲਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ, ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ। ਬਾਈਬਲ ਸਿਖਾਉਂਦੀ ਹੈ ਕਿ ਸਾਡਾ ਵਚਨ ਸਦਾ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਅਤੇ ਕਿਰਪਾ ਨਾਲ ਭਰਪੂਰ ਅਤੇ ਸਲੂਣਾ ਹੋਣਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਸਾਨੂੰ ਅਜਿਹੇ ਸੁੰਦਰ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਾਰਿਆਂ ਨੂੰ ਖੁਸ਼ ਕਰੇ। ਆਓ ਅਸੀਂ ਤੀਤੁਸ ਅਧਿਆਇ 2 ਵਚਨ 7 ਤੇ ਇੱਕ ਨਜ਼ਰ ਪਾਈਏ। ਅਤੇ ਸਭਨੀ ਗੱਲੀ ਤੂੰ ਆਪਣੇ ਆਪ ਨੂੰ ਸ਼ੁਭ ਕਰਮਾਂ ਦਾ ਨਮੂਨਾ ਕਰ। ਵਿਖਾਲ ਸਿੱਖਿਆ ਦੇਣ ਵਿੱਚ ਸੁਚਮਤਾਈ ਅਤੇ ਗੰਭੀਰਤਾਈ ਅਤੇ ਖਰਾ ਬਚਨ ਹੋਵੇ, ਜਿਹਦੇ ਉੱਤੇ ਕੋਈ ਦੋਸ਼ ਨਾ ਲੱਗ ਸਕੇ। ਸਾਨੂੰ ਅਜਿਹੇ ਸ਼ਬਦ ਕਹਿਣੇ ਚਾਹੀਦੇ ਹਨ ਕਿ ਕੋਈ ਉਸ ਨੂੰ ਬੁਰਾ ਨਾ ਕਹਿ ਸਕੇ। ਭਾਈ ਵਿਰੋਧੀ ਸਾਡੇ ਉੱਤੇ ਔਗਣ ਲਾਉਣ ਦਾ ਦਾਅ ਨਾ ਪਾ ਕੇ ਲੱਜਿਆਵਾਨ ਹੋਵੇ। ਸਾਰੇ ਲੋਕੋ, ਸ਼ਬਦਾਂ ਦੇ ਸੰਬੰਧ ਵਿੱਚ ਕਿ ਪਿਤਾ ਅਤੇ ਮਾਤਾ ਜੀ ਉਹ ਲੋਕ ਨਹੀਂ ਹਨ ਜਿਨ੍ਹਾਂ ਦਾ ਸਾਨੂੰ ਆਪਣੇ ਸ਼ਬਦਾਂ ਦੁਆਰਾ ਸਭ ਤੋਂ ਜ਼ਿਆਦਾ ਧੰਨਵਾਦ ਬਿਆਨ ਕਰਨਾ ਚਾਹੀਦਾ ਹੈ। ਸਾਨੂੰ ਉਹਨਾਂ ਨੂੰ ਸਭ ਤੋਂ ਜ਼ਿਆਦਾ ਧੰਨਵਾਦ ਕਹਿਣਾ ਚਾਹੀਦਾ ਹੈ, ਕਿਉਂਕਿ ਉਹ ਹਨ ਜਿਨ੍ਹਾਂ ਨੇ ਸਾਡੇ ਲਈ ਸਭ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਹੈ ਅਤੇ ਖੁਦ ਨੂੰ ਸਭ ਤੋਂ ਜ਼ਿਆਦਾ ਸਮਰਪਿਤ ਕੀਤਾ ਹੈ। ਅੱਜ ਇਸ ਪਲ ਤੋਂ ਸਾਨੂੰ ਇਸ ਵਿਚਾਰ ਨਾਲ ਛੁਟਕਾਰਾ ਪਾਉਣਾ ਚਾਹੀਦਾ ਹੈ ਕਿ ਅਸੀਂ ਮਾਤਾ ਅਤੇ ਪਿਤਾ ਜੀ ਤੋਂ ਮਿਲਣ ਵਾਲੀ ਹਰ ਚੀਜ਼ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹਾਂ। ਇਸ ਧਰਤੀ ਤੇ ਕੋਈ ਵੀ ਅਜਿਹਾ ਨਹੀਂ ਹੈ ਜੋ ਕੁਦਰਤੀ ਤੌਰ ਤੇ ਸੇਵਾ ਪਾਉਣ ਦੇ ਯੋਗ ਹੋਵੇ। ਸਾਡੇ ਮਾਤਾ ਪਿਤਾ ਸਾਨੂੰ ਸਭ ਕੁਝ ਦਿੰਦੇ ਹਨ, ਤਦ ਅਸੀਂ ਬਿਨਾਂ ਇਹ ਜਾਣੇ ਕਿ ਕਿਵੇਂ ਦੇਣਾ ਹੈ ਪ੍ਰਾਪਤ ਕਰਨ ਦੇ ਆਦੀ ਹੋ ਸਕਦੇ ਹਾਂ। ਪਰ ਹੁਣ ਸਾਨੂੰ ਇਹ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਕਿਵੇਂ ਚੁਕਾਉਣਾ ਹੈ ਅਤੇ ਆਪਣੇ ਮਾਤਾ ਪਿਤਾ ਜੀ ਨੂੰ ਵਾਪਿਸ ਦੇਣਾ ਹੈ। ਤੀਤੁਸ ਅਧਿਆਇ 2 ਵਿੱਚ ਇਹ ਕਿਹਾ ਗਿਆ ਹੈ ਕਿ ਸਾਡੀ ਗੱਲ ਵਿੱਚ ਅਜਿਹੀ ਇਕਸਾਰਤਾ ਪਾਈ ਜਾਵੇ ਕਿ ਕੋਈ ਉਸ ਨੂੰ ਬੁਰਾ ਨਾ ਕਹਿ ਸਕੇ। ਆਓ ਅਸੀਂ ਪਹਿਲਾ ਪਤਰਸ ਅਧਿਆਇ 2 ਉੱਤੇ ਜਾਈਏ। ਸ਼ਬਦਾਂ ਦੇ ਬਾਰੇ ਕਈ ਸਬਕ ਹਨ, ਫਿਰ ਵੀ ਉਹਨਾਂ ਅਣਗਿਣਤ ਸ਼ਬਦਾਂ ਵਿੱਚੋਂ ਜੋ ਸਬਕ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਉਹ ਪਰਮੇਸ਼ਵਰ ਦੇ ਵਚਨ ਹਨ। ਆਓ ਅਸੀਂ ਪਹਿਲਾ ਪਤਰਸ ਅਧਿਆਇ 2 ਵਚਨ 1 ਦੇਖੀਏ। ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ, ਭਾਈ ਤੁਸੀਂ ਉਸ ਨਾਲ ਮੁਕਤੀ ਲਈ ਵੱਧਦੇ ਜਾਓ। ਪਰਮੇਸ਼ਵਰ ਸਾਨੂੰ ਇਸ ਪ੍ਰਕਾਰ ਦੇ ਸ਼ਬਦਾਂ ਦੀ ਵਰਤੋਂ ਕਰਨ ਲਈ ਕਿਉਂ ਕਹਿੰਦੇ ਹਨ? ਆਖਰਕਾਰ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਉਸ ਦੇ ਦੁਆਰਾ ਮੁਕਤੀ ਪਾਉਣ ਲਈ ਵੱਧਦੇ ਜਾਈਏ।
ਆਓ ਅਸੀਂ ਆਇਤ 3 ਦੇਖੀਏ। ਜੇਕਰ ਤਾਂ ਤੁਸਾਂ ਸਵਾਦ ਚੱਖ ਕੇ ਵੇਖਿਆ ਭਈ ਪ੍ਰਭੂ ਕਿਰਪਾਲੂ ਹੈ। ਪਰਮੇਸ਼ਵਰ ਸਾਡੇ ਤੇ ਕਿਰਪਾ ਕਰਦੇ ਹਨ। ਸਵਰਗ ਵਿੱਚ ਅਸੀਂ ਅਜਿਹੇ ਗੰਭੀਰ ਪਾਪ ਕੀਤੇ ਜੋ ਸਦੀਪਕ ਮੌਤ ਦੇ ਯੋਗ ਸੀ ਅਤੇ ਸਾਨੂੰ ਧਰਤੀ ਤੇ ਸੁੱਟ ਦਿੱਤਾ ਗਿਆ। ਫਿਰ ਵੀ ਕਿਉਂਕਿ ਅਸੀਂ ਪਰਮੇਸ਼ਵਰ ਦੀ ਕਿਰਪਾ ਅਤੇ ਦਇਆ ਦਾ ਸਵਾਦ ਚੱਖ ਲਿਆ ਹੈ, ਤਦ ਸਾਨੂੰ ਇਹ ਕਿਰਪਾ ਸੰਸਾਰ ਦੇ ਸਾਰੇ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਅਜਿਹਾ ਕਰਨ ਨਾਲ ਅਸੀਂ ਮੁਕਤੀ ਪਾਉਣ ਲਈ ਵੱਧ ਸਕਦੇ ਹਾਂ। ਤਦ ਸਾਨੂੰ ਇਸ ਨੂੰ ਅਭਿਆਸ ਵਿੱਚ ਲਿਆਉਣ ਦੇ ਯੋਗ ਹੋਣਾ ਚਾਹੀਦਾ ਹੈ। ਸਾਨੂੰ ਤੁਹਾਡੇ ਕਾਰਨ ਕਹਿਣ ਦੇ ਬਦਲੇ ਜ਼ਿਆਦਾ ਵਾਰ ਧੰਨਵਾਦ ਕਹਿਣਾ ਚਾਹੀਦਾ ਹੈ। ਜੇ ਤੁਸੀਂ ਵਾਕੰਸ਼ ਦੇ ਕਾਰਨ ਕਹਿੰਦੇ ਹੋ ਤਦ ਨਕਾਰਾਤਮਕ ਸ਼ਬਦ ਇਸ ਦੇ ਨਾਲ ਆਉਣ ਲਈ ਬੰਨਿਆ ਹੈ। ਇਹ ਤੁਹਾਡੇ ਕਾਰਨ ਹੋਇਆ ਹੈ। ਮਾਂ ਦੇ ਕਾਰਨ ਚੀਜ਼ਾਂ ਗਲਤ ਹੋ ਗਈਆਂ, ਇਹ ਪਿਤਾ ਜੀ ਦੇ ਕਾਰਨ ਹੋਇਆ। ਇਸ ਤਰ੍ਹਾਂ ਬਿਆਨ ਕਰਨ ਦੇ ਬਦਲੇ ਸਿਓਨ ਵਿੱਚ ਸਾਡੇ ਸਾਰੇ ਸੁੰਦਰ ਭਰਾਵਾਂ ਅਤੇ ਭੈਣਾਂ ਨੂੰ ਕਹਿਣਾ ਚਾਹੀਦਾ ਹੈ, ਇਸ ਸਭ ਲਈ ਮਾਤਾ ਅਤੇ ਪਿਤਾ ਜੀ ਨੂੰ ਧੰਨਵਾਦ ਅਤੇ ਪਰਮੇਸ਼ਵਰ ਨੂੰ ਧੰਨਵਾਦ। ਅਜਿਹਾ ਕਰਕੇ ਆਓ ਅਸੀਂ ਫਿਰ ਜਨਮ ਲਈਏ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪਰਮੇਸ਼ਵਰ ਸਾਨੂੰ ਇਹ ਸਬਕ ਦਿੰਦੇ ਹਨ ਤਾਂ ਜੋ ਅਸੀਂ ਮੁਕਤੀ ਪਾਉਣ ਲਈ ਵੱਧ ਸਕੀਏ। ਆਓ ਅਸੀਂ ਪਹਿਲਾ ਪਤਰਸ ਅਧਿਆਇ 3 ਵਚਨ 8 ਦੇਖੀਏ। ਗੱਲ ਕਾਦੀ, ਤੁਸੀਂ ਸਭੇ ਇੱਕ ਮਨ ਹੋਵੋ, ਆਪੋ ਵਿੱਚ ਹੀ ਦਰਦੀ ਬਣੋ, ਪਰਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ, ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਸਗੋਂ ਉਲਟੇ ਅਸੀਸ ਦਿਓ, ਕਿਉਂਕਿ ਜੋ ਤੁਸੀਂ ਇਸੇ ਦੇ ਲਈ ਸੱਦੇ ਗਏ। ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਜੋ ਕੋਈ ਜੀਵਨ ਦੀ ਇੱਛਾ ਰੱਖਦਾ ਹੈ ਤੇ ਚੰਗੇ ਦਿਨ ਦੇਖਣਾ ਚਾਹੁੰਦਾ ਹੈ, ਕਿ ਕੋਈ ਹੈ ਜੋ ਚੰਗੇ ਦਿਨ ਨਹੀਂ ਦੇਖਣਾ ਚਾਹੁੰਦਾ, ਪਰ ਜੇ ਅਜਿਹਾ ਹੈ ਤਦ ਕਿਰਪਾ ਕਰਕੇ ਆਪਣਾ ਹੱਥ ਚੁੱਕੋ। ਹੁਣ ਤੋਂ ਸਾਡੇ ਚੰਗੇ ਦਿਨ ਹਰ ਰੋਜ਼ ਜਾਰੀ ਰਹਿਣਗੇ। ਜੋ ਕਿ ਭਲੇ ਦਿਨ ਵੇਖਣਾ ਚਾਹੁੰਦਾ ਹੈ, ਸਾਨੂੰ ਆਪਣੀ ਜੀਭ ਦਾ ਕੀ ਕਰਨਾ ਚਾਹੀਦਾ ਹੈ? ਇਸ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਗੱਲ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਤੁਹਾਨੂੰ ਮੈਂਬਰਾਂ ਵਿੱਚ ਭੇਦਭਾਵ ਪੈਦਾ ਕਰਨ ਜਾਂ ਦੂਸਰਿਆਂ ਨੂੰ ਆਪਣੇ ਵੱਲ ਲੈਣ ਦੇ ਇਰਾਦੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ। ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹਦਾ ਪਿੱਛਾ ਕਰੇ, ਕਿਉਂਕਿ ਜੋ ਪ੍ਰਭੂ ਦੀਆਂ ਅੱਖੀਆਂ ਧਰਮੀਆਂ ਉੱਤੇ ਲੱਗੀਆਂ ਰਹਿੰਦੀਆਂ ਹਨ। ਸਵਰਗ ਤੋਂ ਪਰਮੇਸ਼ਵਰ ਹਮੇਸ਼ਾ ਸਾਡੇ ਦਿਲ ਨੂੰ ਦੇਖਦੇ ਹਨ ਕਿ ਉਹ ਧਰਮੀ ਹੈ ਜਾਂ ਬੁਰਾ। ਇਸ ਲਈ ਜਿਵੇਂ ਮਨੁੱਖ ਜੋ ਕੁਝ ਬੀਜਦਾ ਹੈ ਉਹੀ ਕੱਟੇਗਾ, ਠੀਕ ਉਸੇ ਤਰ੍ਹਾਂ ਤੁਹਾਡੇ ਕੰਮਾਂ ਦੇ ਅਨੁਸਾਰ ਤੁਹਾਡੇ ਨਾਲ ਕੀ ਹੋਵੇਗਾ, ਤੁਸੀਂ ਵੱਧਦੇ ਜਾਓਗੇ। ਅਜਿਹਾ ਕੋਈ ਮਾਮਲਾ ਨਹੀਂ ਹੈ ਜਿੱਥੇ ਬੁਰਾਈ ਨੂੰ ਬੀਜਣ ਤੇ ਧਾਰਮਿਕਤਾ ਦਾ ਰੁੱਖ ਵਧਿਆ ਹੋਵੇ ਅਤੇ ਧਾਰਮਿਕਤਾ ਬੀਜਣ ਤੇ ਬੁਰਾਈ ਦਾ ਫਲ ਪੈਦਾ ਹੋਇਆ ਹੋਵੇ। ਆਓ ਅਸੀਂ ਫਿਰ ਤੋਂ ਆਇਤ 12 ਦੇਖੀਏ। ਕਿਉਂ ਜੋ ਪ੍ਰਭੂ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਹਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ। ਪ੍ਰਭੂ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ। ਇਸ ਦਾ ਅਰਥ ਹੈ ਕਿ ਪਰਮੇਸ਼ਵਰ ਬੁਰਾਈ ਕਰਨ ਵਾਲਿਆਂ ਦਾ ਵਿਰੋਧ ਕਰਦੇ ਹਨ। ਉਹਨਾਂ ਸੰਤਾਂ ਦੇ ਰੂਪ ਵਿੱਚ ਜੋ ਚੰਗੇ ਦਿਨ ਦੇਖਣਾ ਚਾਹੁੰਦੇ ਹਨ। ਆਓ ਅਸੀਂ ਆਪਣੀ ਜੀਭ ਨੂੰ ਬੁਰਾਈ ਤੋਂ ਦੂਰ ਰੱਖੀਏ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੀਏ। ਆਓ ਅਸੀਂ ਪਰਮੇਸ਼ਵਰ ਦਾ ਚੰਗਾ ਵਿਵੇਕ ਰੱਖ ਕੇ ਸਿਰਫ ਪਰਮੇਸ਼ਵਰ ਦੇ ਸੁੰਦਰ ਅਤੇ ਜੀਵਨ ਦੇ ਵਚਨਾਂ ਨੂੰ ਸਾਂਝਾ ਕਰੀਏ, ਜੋ ਦੂਸਰਿਆਂ ਦੀ ਉન્નਤੀ ਲਈ ਉੱਤਮ ਹੋਵੇ ਅਤੇ ਜਿਨ੍ਹਾਂ ਨੂੰ ਸੁਣਨ ਵਾਲਿਆਂ ਤੇ ਕਿਰਪਾ ਹੋਵੇ। ਆਓ ਅਸੀਂ ਪਹਿਲਾ ਯੋਹੰਨਾ ਅਧਿਆਇ 4 ਵਚਨ 5 ਦੇਖੀਏ। ਉਹ ਸੰਸਾਰ ਤੋਂ ਹਨ, ਇਸ ਕਰਕੇ ਸੰਸਾਰ ਤੋਂ ਬੋਲਦੇ ਹਨ ਅਤੇ ਸੰਸਾਰ ਉਹਨਾਂ ਦੀ ਸੁਣਦਾ ਹੈ। ਅਸੀਂ ਪਰਮੇਸ਼ਵਰ ਤੋਂ ਹਾਂ। ਜਿਹੜਾ ਪਰਮੇਸ਼ਵਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ। ਜੋ ਕੋਈ ਪਰਮੇਸ਼ਵਰ ਤੋਂ ਨਹੀਂ, ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸੱਚਾਈ ਦੇ ਆਤਮਾ ਅਤੇ ਬਦਰਾਹੀ ਦੇ ਆਤਮਾ ਨੂੰ ਜਾਣ ਲੈਂਦੇ ਹਾਂ। ਹੇ ਪਿਆਰਿਓ, ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ, ਕਿਉਂ ਜੋ ਪ੍ਰੇਮ ਪਰਮੇਸ਼ਵਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ। ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ, ਕਿਉਂ ਜੋ ਪਰਮੇਸ਼ਵਰ ਪ੍ਰੇਮ ਹੈ। ਅਜਿਹੇ ਸ਼ਬਦ ਹਨ ਜੋ ਸੰਸਾਰ ਦੇ ਹਨ ਅਤੇ ਅਜਿਹੇ ਸ਼ਬਦ ਹਨ ਜੋ ਪਰਮੇਸ਼ਵਰ ਦੇ ਹਨ। ਕਿ ਪਰਮੇਸ਼ਵਰ ਦੇ ਸ਼ਬਦ ਉਹ ਨਹੀਂ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਪ੍ਰਚਾਰ ਲਈ ਕਰਦੇ ਹਾਂ, ਤਾਂ ਜੋ ਅਸੀਂ ਸਾਰੇ ਮਨੁੱਖ ਜਾਤੀ ਨੂੰ ਮੁਕਤੀ ਦਾ ਕੀਮਤੀ ਤੋਹਫਾ ਪ੍ਰਦਾਨ ਕਰ ਸਕੀਏ। ਆਓ ਅਸੀਂ ਸਦੀਪਕ ਜੀਵਨ ਪਾਉਣ ਲਈ ਪਸਾਹ ਦਾ ਪਰਬ ਮਨਾਈਏ। ਆਓ ਅਸੀਂ ਸਾਰੇ ਬਿਪਤਾਵਾਂ ਤੋਂ ਬਚੀਏ। ਆਓ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਕਰੀਏ ਅਤੇ ਸਵਰਗ ਵਿੱਚ ਜਾਈਏ। ਪ੍ਰਚਾਰ ਕਰਦੇ ਸਮੇਂ ਵਰਤੋਂ ਕੀਤੇ ਜਾਣ ਵਾਲੇ ਸਾਰੇ ਸ਼ਬਦ ਉਹ ਸ਼ਬਦ ਹਨ
ਜਿਨ੍ਹਾਂ ਨਾਲ ਪਰਮੇਸ਼ਵਰ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ। ਇਸ ਲਈ ਜੇ ਤੁਸੀਂ ਹਮੇਸ਼ਾ ਸੰਸਾਰ ਦੀ ਗੱਲ ਕਰੋਗੇ ਤਾਂ ਤੁਸੀਂ ਦੂਸਰਿਆਂ ਦੀ ਉન્નਤੀ ਨਹੀਂ ਕਰ ਸਕੋਗੇ। ਹੁਣ ਆਓ ਅਸੀਂ ਦੂਸਰਾ ਤਿਮੋਥੀਉਸ ਅਧਿਆਇ 4 ਵਿੱਚ ਦੇਖੀਏ ਕਿ ਦੂਸਰਿਆਂ ਦੀ ਉન્નਤੀ ਕਿਵੇਂ ਕਰਨੀ ਚਾਹੀਦੀ ਹੈ। ਆਓ ਅਸੀਂ ਦੂਸਰਾ ਤਿਮੋਥੀਉਸ ਅਧਿਆਇ 4 ਵਚਨ 1 ਦੇਖੀਏ। ਮੈਂ ਪਰਮੇਸ਼ਵਰ ਅਤੇ ਮਸੀਹ ਯੀਸ਼ੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਕੀਦ ਕਰਦਾ ਹਾਂ, ਭਾਈ ਤੂੰ ਕੀ ਕਰ? ਵਚਨ ਦਾ ਪ੍ਰਚਾਰ ਕਰ। ਅਸੀਂ ਬੇਸਹਾਰਾ ਹੋ ਕੇ ਪਰਮੇਸ਼ਵਰ ਦੇ ਵਚਨ ਕਹਿੰਦੇ ਰਹਿੰਦੇ ਹਾਂ। ਸੰਸਾਰਿਕ ਸ਼ਬਦਾਂ ਨੂੰ ਕਹਿਣ ਦੇ ਬਦਲੇ ਜੋ ਦੂਸਰਿਆਂ ਦੀ ਉન્નਤੀ ਨਹੀਂ ਕਰ ਸਕਦੇ, ਸਾਨੂੰ ਉਹਨਾਂ ਸ਼ਬਦਾਂ ਨੂੰ ਕਹਿਣਾ ਚਾਹੀਦਾ ਹੈ ਜੋ ਸਾਰੇ ਲੋਕਾਂ ਦੀ ਅਗਵਾਈ ਉਸ ਦੁਨੀਆ ਵਿੱਚ ਕਰਦੇ ਹਨ ਜਿੱਥੇ ਮੌਤ, ਦਰਦ ਜਾਂ ਦੁੱਖ ਨਹੀਂ ਹੈ, ਪਰ ਜਿੱਥੇ ਸਦੀਪਕ ਜੀਵਨ ਅਤੇ ਖੁਸ਼ੀ ਰੱਖੀ ਹੈ। ਜਿੱਥੇ ਉਹ ਸਿਰਫ ਇਹਨਾਂ ਵਚਨਾਂ ਨੂੰ ਸੁਣਦੇ ਹਨ, ਤਦ ਉਹਨਾਂ ਦੀ ਮੁਕਤੀ ਹੋਵੇਗੀ ਅਤੇ ਉਹ ਸਵਰਗ ਜਾਣਗੇ। ਉਹਨਾਂ ਨੂੰ ਪਾਪਾਂ ਦੀ ਮਾਫੀ ਵੀ ਮਿਲੇਗੀ ਅਤੇ ਉਹ ਸਵਰਗ ਵਿੱਚ ਸ਼ਾਹੀ ਯਾਜਕ ਬਣ ਜਾਣਗੇ। ਬਾਈਬਲ ਕਹਿੰਦੀ ਹੈ ਕਿ ਇਹ ਸਾਡੇ ਲਈ ਦੂਸਰਿਆਂ ਦੀ ਉન્નਤੀ ਕਰਨ ਦਾ ਤਰੀਕਾ ਹੈ। ਜਦ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਾਂ ਤਦ ਅਸੀਂ ਕਹਿ ਸਕਦੇ ਹਾਂ, ਇਸ ਲਈ ਪਰਮੇਸ਼ਵਰ ਨੂੰ ਧੰਨਵਾਦ, ਇਸ ਲਈ ਸਾਡੇ ਭਰਾਵਾਂ ਨੂੰ ਧੰਨਵਾਦ, ਇਸ ਲਈ ਸਾਡੀ ਭੈਣਾਂ ਨੂੰ ਧੰਨਵਾਦ, ਇਸ ਲਈ ਪਿਤਾ ਅਤੇ ਮਾਤਾ ਜੀ ਨੂੰ ਧੰਨਵਾਦ, ਇਸ ਲਈ ਸਾਡੇ ਸਵਰਗੀ ਪਰਿਵਾਰ ਨੂੰ ਧੰਨਵਾਦ। ਆਓ ਅਸੀਂ ਹਮੇਸ਼ਾ ਪਰਮੇਸ਼ਵਰ ਦੇ ਵਚਨਾਂ ਦਾ ਪ੍ਰਚਾਰ ਕਰਦੇ ਹੋਏ ਧੰਨਵਾਦ ਕਹਿ ਕੇ ਇੱਕ ਦੂਜੇ ਦੀ ਉન્નਤੀ ਕਰੀਏ। ਆਓ ਅਸੀਂ ਆਇਤ 2 ਨਾਲ ਜਾਰੀ ਰੱਖੀਏ। ਭਾਈ ਤੂੰ ਵਚਨ ਦਾ ਪ੍ਰਚਾਰ ਕਰ, ਵੇਲੇ ਕੁ ਵੇਲੇ ਉਸ ਵਿੱਚ ਲੱਗਿਆ ਰਹਿ, ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕਦੇ, ਤਾੜਨਾ ਅਤੇ ਤਕੀਦ ਕਰ, ਕਿਉਂ ਜੋ ਉਹ ਸਮੇਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਉਤਾਰਨਗੇ ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫੇਰਨਗੇ। ਬਾਈਬਲ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਖਿਆਲੀ ਕਹਾਣੀਆਂ ਤੇ ਕੰਨ ਲਾਉਣਗੇ ਜਿਸ ਵਿੱਚ ਨਾ ਤੇ ਜੀਵਨ ਹੈ ਅਤੇ ਨਾ ਹੀ ਕੀਮਤ। ਆਓ ਅਸੀਂ ਆਇਤ 5 ਦੇਖੀਏ। ਪਰ ਤੂੰ ਸਭਨੀ ਗੱਲੀ ਸੁਚੇਤ ਰਹੀਂ, ਦੁੱਖ ਝੱਲੀ, ਪ੍ਰਚਾਰਕ ਦਾ ਕੰਮ ਕਰੀ, ਆਪਣੀ ਸੇਵਕਾਈ ਨੂੰ ਪੂਰਿਆ ਕਰੀ। ਜਦ ਤੁਸੀਂ ਇੱਕ ਖੁਸ਼ਖਬਰੀ ਦੇ ਪ੍ਰਚਾਰਕ ਦੇ ਰੂਪ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਦੁਨੀਆ ਦੇ ਸਾਰੇ ਲੋਕਾਂ ਦੀ ਉન્નਤੀ ਲਈ ਕੰਮ ਕਰ ਸਕਦੇ ਹੋ। ਖੁਸ਼ਖਬਰੀ ਦਾ ਪ੍ਰਚਾਰਕ ਹਰ ਦਿਨ ਕਿਸ ਦੇ ਸ਼ਬਦ ਲੋਕਾਂ ਤੱਕ ਪਹੁੰਚਾਉਂਦਾ ਹੈ? ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਮੂੰਹ ਵਿੱਚ ਰੱਖਣਾ ਅਤੇ ਉਹਨਾਂ ਨੂੰ ਲਗਾਤਾਰ ਵੰਡਣਾ ਪ੍ਰਚਾਰਕਾਂ ਦੀ ਭੂਮਿਕਾ ਹੈ। ਉਹ ਕਹਿੰਦੇ ਹਨ, ਪਸਾਹ ਦਾ ਪਰਮ ਮਨਾਓ ਅਤੇ ਸਦੀਪਕ ਜੀਵਨ ਪਾਓ, ਪਿਤਾ ਅਤੇ ਮਾਤਾ ਜੀ ਤੇ ਵਿਸ਼ਵਾਸ ਕਰੋ ਅਤੇ ਸਵਰਗ ਦੇ ਰਾਜ ਦੀ ਮੁਕਤੀ ਪ੍ਰਾਪਤ ਕਰੋ। ਇਹ ਬਹੁਤ ਹੈਰਾਨੀਜਨਕ ਹੈ। ਬਾਈਬਲ ਕਹਿੰਦੀ ਹੈ, ਖੁਸ਼ਖਬਰੀ ਪ੍ਰਚਾਰ ਦਾ ਕੰਮ ਕਰ ਅਤੇ ਆਪਣੀ ਸੇਵਾ ਨੂੰ ਪੂਰਾ ਕਰ। ਆਓ ਅਸੀਂ ਆਇਤ 6 ਦੇਖੀਏ। ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਗ ਦੇਣ ਨੂੰ ਹਾਂ ਅਤੇ ਮੇਰੇ ਕੂਚ ਦਾ ਨਗਾਰਾ ਵੱਜਣ ਲੱਗਾ ਹੈ। ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨੇਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ, ਜਿਹੜਾ ਪ੍ਰਭੂ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ, ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ। ਦੂਸਰਿਆਂ ਦੀ ਉન્નਤੀ ਕਰਨ ਦਾ ਸਭ ਤੋਂ ਮਹਾਨ ਰਾਹ ਇੱਕ ਪ੍ਰਚਾਰਕ ਦਾ ਕੰਮ ਲਗਨ ਨਾਲ ਕਰਨਾ, ਜੋਸ਼ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਮੂੰਹ ਵਿੱਚ ਪਾ ਕੇ ਪਰਮੇਸ਼ਵਰ ਦੇ ਵਚਨਾਂ ਨੂੰ ਇਸ ਅਤੇ ਉਸ ਪਰਿਵਾਰ ਨਾਲ ਅਤੇ ਨਾਲ ਹੀ ਸਾਰੇ ਲੋਕਾਂ ਨਾਲ ਸਾਂਝਾ ਕਰਨਾ ਹੈ। ਅਸੀਂ ਆਮ ਤੌਰ ਤੇ ਕਹਿੰਦੇ ਹਾਂ, ਧੰਨਵਾਦ, ਤੁਹਾਡਾ ਧੰਨਵਾਦ, ਮੈਨੂੰ ਮਾਫ ਕਰੋ। ਜਦ ਅਸੀਂ ਕਿੰਡਰਗਾਰਟਨ ਅਤੇ ਪ੍ਰਾਇਮਰੀ ਸਕੂਲ ਵਿੱਚ ਸੀ ਤਦ ਅਸੀਂ ਇਹੀ ਸਿੱਖਿਆ ਸੀ। ਸਾਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਭਾਵੇਂ ਅਸੀਂ ਘਰ ਵਿੱਚ ਹੋਈਏ, ਚਰਚ ਵਿੱਚ ਹੋਈਏ, ਸਮਾਜ ਵਿੱਚ ਹੋਈਏ, ਆਪਣੇ ਦੇਸ਼ ਵਿੱਚ ਕਿਤੇ ਵੀ ਹੋਈਏ ਜਾਂ ਦੁਨੀਆ ਵਿੱਚ ਕਿਤੇ ਵੀ ਹੋਈਏ, ਕੁਝ ਵੀ ਕਹਿਣ ਤੋਂ ਪਹਿਲਾਂ ਆਓ ਅਸੀਂ ਹਮੇਸ਼ਾ ਧਿਆਨ ਨਾਲ ਸੋਚੀਏ, ਜੇ ਇਹ ਦੂਸਰਿਆਂ ਦੀ ਉન્નਤੀ ਨਹੀਂ ਕਰ ਸਕਦਾ ਤਦ ਇਸ ਨੂੰ ਆਪਣੇ ਮੂੰਹ ਵਿੱਚੋਂ ਨਾ ਨਿਕਲਣ ਦਿਓ। ਜਦ ਤੱਕ ਅਸੀਂ ਅਜਿਹਾ ਕਰਦੇ ਹਾਂ ਤਦ ਤੱਕ ਅਸੀਂ ਇੱਕ ਦੂਸਰੇ ਦੇ ਗੁਣਾਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਪਹਿਲਾਂ ਨਹੀਂ ਜਾਣਦੇ ਸੀ, ਪਰਮੇਸ਼ਵਰ ਦੇ ਪਵਿੱਤਰ ਅਤੇ ਕੀਮਤੀ ਵਚਨਾਂ ਨੂੰ ਮਹਿਸੂਸ ਕਰਨ ਦੇ ਯੋਗ ਹੋਵਾਂਗੇ। ਕਿਉਂਕਿ ਅਸੀਂ ਦੂਸਰਿਆਂ ਤੋਂ ਪਹਿਲਾਂ ਪਰਮੇਸ਼ਵਰ ਦੇ ਵਚਨਾਂ ਬਾਰੇ ਸੁਣਿਆ ਅਤੇ ਸਿੱਖਿਆ ਹੈ, ਤਦ ਕੀ ਸਾਨੂੰ ਇਸ ਨੂੰ ਲਗਾਤਾਰ ਨਵੇਂ ਮੈਂਬਰਾਂ ਨੂੰ ਨਹੀਂ ਦੱਸਣਾ ਚਾਹੀਦਾ? ਸਾਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਇਹ ਪਰਮੇਸ਼ਵਰ ਦਾ ਵਚਨ ਹੈ, ਇਹ ਸੱਚ ਹੈ। ਸਾਨੂੰ ਇਹ ਖੁਸ਼ਖਬਰੀ ਸੁਣਨੀ ਚਾਹੀਦੀ ਹੈ ਕਿ ਸਵਰਗੀ ਪਿਤਾ ਅਤੇ ਮਾਤਾ ਜੀ ਸਾਡੇ ਨਾਲ ਪ੍ਰੇਮ ਕਰਦੇ ਹਨ। ਸਵਰਗੀ ਮਾਤਾ ਜੀ ਦੇ ਇਸ ਵਚਨ ਨੂੰ ਯਾਦ ਕਰਦੇ ਹੋਏ ਕਿ ਤੁਸੀਂ ਮੇਰੇ ਜੀਵਨ ਦਾ ਸਭ ਕੁਝ ਹੋ, ਥੱਕੋ ਨਾ, ਪਰ ਹੋਰ ਇੱਕ ਦੂਸਰੇ ਦਾ ਹੱਥ ਫੜਦੇ ਹੋਏ ਅਤੇ ਸਵਰਗ ਦੇ ਰਾਹ ਤੇ ਇੱਕ ਦੂਸਰੇ ਨੂੰ ਹੌਸਲਾ ਦਿੰਦੇ ਹੋਏ, ਆਓ ਅਸੀਂ ਔਖੇ ਸਮੇਂ ਵਿੱਚ ਇੱਕ ਦੂਸਰੇ ਦਾ ਹੌਸਲਾ ਵਧਾਈਏ ਤਾਂ ਜੋ ਅਸੀਂ ਸਭ ਮਿਲ ਕੇ ਸਾਡੇ ਸੁੰਦਰ ਘਰ ਵਿੱਚ ਪ੍ਰਵੇਸ਼ ਕਰ ਸਕੀਏ। ਆਸ ਕਰਦੇ ਹੋਏ ਕਿ ਸਿਓਨ ਦੇ ਸਾਡੇ ਕੀਮਤੀ ਭਰਾ ਅਤੇ ਭੈਣਾਂ
ਇਸ ਖੁਸ਼ਖਬਰੀ ਨੂੰ ਦੁਨੀਆ ਭਰ ਦੇ ਸਾਰੇ ਲੋਕਾਂ ਨਾਲ ਸਾਂਝਾ ਕਰਨਗੇ। ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।